ਤਰ੍ਹਾਂ ਦੇ ਮੁੱਦੇ ਸੀ। ਇੱਕ ਤਾਂ ਕੌਮੀ ਪੱਧਰ ਦੇ ਮੁੱਦੇ ਸੀਗੇ ਜਿਨ੍ਹਾਂ 'ਚ ਸਭ ਤੋਂ ਇੰਪੋਰਟੈਂਟ ਸੀਗਾ ਜਿਹੜੇ ਅਡਾਨੀ ਉੱਤੇ ਅਮਰੀਕਾ 'ਚ ਕੇਸ ਬਣਿਆ ਕਰਪਸ਼ਨ ਦਾ, ਅਤੇ ਜਿਹੜਾ ਕਿ ਬੜਾ ਸੰਗੀਨ ਕੇਸ ਹੈਗਾ ਔਰ ਜਿਹਦੇ 'ਚ ਅਮਰੀਕਨ ਜਿਹੜੀ ਫੈਡਰਲ ਕੋਰਟ ਹੈਗੀ ਉਹਨਾਂ ਬਕਾਇਦਾ ਆਇਦ ਕਰ ਦਿੱਤੇ ਹੈਗੇ ਆ ਉਹਨਾਂ ਨੂੰ ਉਹਦਾ ਦਾ ਮਤਲਬ ਕੇਸ ਰਜਿਸਟਰ ਹੋ ਗਿਆ। ਅਤੇ ਉਹ 'ਤੇ ਅਸੀਂ ਬਹਿਸ ਚਾਹੁੰਦੇ ਸੀ ਕਿ ਹਿੰਦੁਸਤਾਨ ਦਾ ਜਿਹੜਾ ਇਮੇਜ ਹੈਗਾ ਔਰ ਖਾਸ ਤੌਰ 'ਤੇ ਜਿਹੜਾ ਕਾਰਪੋਰੇਟ ਦਾ ਇਮੇਜ ਹੈਗਾ ਕਿ ਬਦਨਾਮ ਕਾਰਪੋਰੇਟ ਹੋ ਰਿਹਾ ਹੈਗਾ, ਇੰਡੀਅਨ ਇੰਡਸਟਰੀਅਲ ਲਿਸਟ ਬਦਨਾਮ ਹੋ ਰਹੇ ਹੈਗੇ, ਅਤੇ ਉਹਦੇ 'ਚ ਇਕੱਲਾ ਅਡਾਨੀ ਨੂੰ ਨਹੀਂ ਸਾਰੇ ਇੰਡਸਟਰੀ ਨੂੰ ਫਰਕ ਪੈਣਾ ਹੈਗਾ, ਸਾਰੀ ਇਨਵੈਸਟਮੈਂਟ ਜਿਹੜਾ ਮਿਲੀਓ ਹੈਗਾ ਉਹ ਚੇਂਜ ਹੋਣਾ ਹੈਗਾ ਅਤੇ ਉਹਦੇ 'ਚ ਐਡਵਰਸ ਇਫੈਕਟ ਪੈਣੇ ਹੈਗੇ। ਅਤੇ ਉਹਦੇ ਅਸੀਂ ਚਰਚਾ ਚਾਹੁੰਦੇ ਸੀਗੇ ਸਰਕਾਰ ਆਪਣਾ ਪੱਖ ਸਪਸ਼ਟ ਕਰੇ ਕਿ ਸਰਕਾਰ ਇਸ ਨੂੰ ਕਰੈਕਸ਼ਨ ਕਰਨ ਵਾਸਤੇ ਚਾਹੇ ਉਹ ਅਡਾਨੀ ਦਾ ਜਿਹੜੀ ਰਿਸ਼ਵਤ ਦਾ ਕਾਂਡ ਹੈਗਾ, ਚਾਹੇ ਉਹ ਸੇਬੀ ਦੀ ਭੂਮਿਕਾ ਹੈਗੀ ਹੈ, ਚਾਹੇ ਇਸ ਤੋਂ ਪਹਿਲਾਂ ਹਿੰਡਨਬਰਗ ਰਿਪੋਰਟ 'ਚ ਜੋ ਕੁਛ ਅਡਾਨੀ ਦੇ ਜਿਹੜੇ ਮਤਲਬ ਕਰੋਨੀ ਕੈਪੀਟਲਿਸਟ ਕਰੈਕਟਰ ਹੈਗਾ ਉਹ ਜਗ ਜ਼ਾਹਰ ਹੋਇਆ। ਅਸੀਂ ਉੱਤੇ ਬਹਿਸ ਚਾਹੁੰਦੇ ਸੀਗੇ, ਲਗਾਤਾਰ ਅਸੀਂ ਉਸ 'ਤੇ ਪਾਰਲੀਮੈਂਟ ਦੇ ਬਾਹਰ ਵੀ ਅੰਦਰ ਵੀ ਇਹ ਮੁੱਦਾ ਉਠਾਉਂਦੇ ਰਹੇ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ। ਹਮੇਸ਼ਾ ਅਡਾਨੀ ਉੱਤੇ ਬਹਿਸ ਨੂੰ ਟਾਲਦੀ ਰਹੀ ਹੈ। ਇਕੱਲੀ ਕਾਂਗਰਸ ਪਾਰਟੀ ਨਹੀਂ ਬਲਕਿ ਸਮੁੱਚੀਆਂ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਸਿਵਾਏ ਇਹਦੇ ਸਹਿਯੋਗੀਆਂ ਨੂੰ ਛੱਡ ਕੇ ਸਾਰਿਆਂ ਨੇ ਇਹ ਮੁੱਦਾ ਜ਼ੋਰ ਸ਼ੋਰ ਨਾਲ ਤਕਰੀਬਨ ਸਾਰੇ ਸੈਸ਼ਨ ਦੌਰਾਨ ਉਭਾਰਿਆ, ਕੱਲ੍ਹ ਤੱਕ ਵੀ ਉਭਾਰਿਆ ਤਾਂ ਕਿ ਸਰਕਾਰ ਨੂੰ ਇਸ ਗੱਲ 'ਤੇ ਹੋਸ਼ ਆਵੇ ਔਰ ਸਰਕਾਰ ਐਡੇ ਬੜੇ ਮਹੱਤਵਪੂਰਨ ਆਰਥਿਕ ਮੁੱਦੇ ਨੂੰ ਜਿਹੜਾ ਉਹਨੂੰ ਉਹਦਾ ਬਣਦਾ ਥਾਂ ਦੇਵੇ ਔਰ ਸਦਨ ਬਹਿਸ ਅਧੀਨ ਲਿਆਵੇ। ਅਤੇ ਦੂਜਾ ਸੰਭਲ ਦਾ ਇਸ਼ੂ ਸੀਗਾ, ਕਿਵੇਂ ਸੰਭਲ ਵਿੱਚ ਇੱਕ ਅਫਵਾਹਾਂ ਦਾ ਦੌਰ ਚਲਾ ਕੇ ਕਿਵੇਂ ਉੱਥੇ 5 ਮੁਸਲਿਮ ਜਿਹੜੇ ਨੌਜਵਾਨ ਸੀਗੇ ਜਾਂ 5 ਲੋਕਾਂ ਨੂੰ ਉੱਥੇ ਕਤਲ ਕੀਤਾ ਗਿਆ, ਉੱਥੇ ਮਾਰਿਆ ਗਿਆ ਹੈਗਾ। ਉਸ ਤੋਂ ਬਾਅਦ ਦੇਸ਼ ਵਿੱਚ ਜਿਹੜਾ 1991 ਦਾ ਜਿਹੜਾ ਰਿਲੀਜੀਅਸ ਪਲੇਸਿਸ ਆਫ ਵਰਸ਼ਿਪ ਐਕਟ ਹੈਗਾ ਹੈ ਜਿਹਦੀ ਉਲੰਘਣਾ ਹੋ ਰਹੀ ਹੈ, ਉਦੋਂ ਜਦੋਂ ਬਾਬਰੀ ਮਸਜਿਦ ਬਾਰੇ ਫੈਸਲਾ ਆਇਆ ਸੀ ਤਾਂ ਫੈਸਲਾ ਹੋਇਆ ਸੀ ਕਿ ਇਸ ਤੋਂ ਬਾਅਦ ਕੋਈ ਵੀ ਗੜੇ ਮੁਰਦੇ ਨਹੀਂ ਉਖਾੜੇ ਜਾਣਗੇ, ਕਿਸੇ ਮਸਜਿਦ ਥੱਲੇ ਕੋਈ ਮੰਦਰ ਹੀ ਢੂੰਡਿਆ ਜਾਵੇਗਾ, ਲੱਭਿਆ ਜਾਵੇਗਾ, ਅਤੇ ਜਿਹੜੇ ਅਮਲ ਹੈ ਬੰਦ ਹੋਊਗਾ ਤਾਂ ਕਿ ਜਿਹੜਾ ਮੁਲਕ ਅਮਨ ਮਾਨ ਜਿਹੜਾ ਹੈਗਾ ਆਪਸੀ ਭਾਈਚਾਰਾ ਬਣਿਆ ਰਹੇ। ਭਾਜਪਾ ਨੇ ਹੁਣ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਦੂਜੀ ਮਸਜਿਦ ਦਾ ਨਾਂ ਲੈ ਕੇ ਕਿ ਇੱਥੇ ਮੰਦਰ ਸੀ, ਸ਼ਿਵ ਮੰਦਰ ਸੀਗਾ, ਇੱਥੇ ਰਾਮ ਮੰਦਰ ਸੀਗਾ, ਇੱਥੇ ਮੂਰਤੀਆਂ ਸੀ, ਇੱਥੇ ਧਾਰਮਿਕ ਹਿੰਦੂਆਂ ਧਾਰਮਿਕ ਸਥਲ ਸੀਗਾ, ਚਾਹੇ ਉਹ ਜਾਮਾ ਮਸਜਿਦ ਹੋਵੇ, ਚਾਹੇ ਉਹ ਜਿਹੜੀ ਅਜਮੇਰ ਸ਼ਰੀਫ ਦੀ ਦਰਗਾਹ ਹੋਵੇ, ਉੱਥੋਂ ਤੱਕ ਖੁਦਾਈਆਂ ਕਰਾਉਣ ਦੀ ਗੱਲ ਜਾਂ ਆਰਕੋਲੋਜੀਕਲ ਸਰਵੇ ਆਫ ਇੰਡੀਆ ਨੂੰ ਡਾਇਰੈਕਸ਼ਨਾਂ ਦਿੱਤੀਆਂ ਜਾ ਰਹੀਆਂ ਜਾਂ ਉਹਨਾਂ ਨੂੰ ਕਿਹਾ ਜਾ ਰਿਹਾ ਹੈਗਾ ਕਿਤੇ ਸਰਵੇ ਕਰਾ ਕੇ ਖੁਦਵਾਈ ਕਰਾਈ ਜਾਵੇ। ਸੋ ਸਾਰੇ ਮੁਲਕ ਅੰਦਰ ਅਫਰਾ ਤਫਰੀ ਫੈਲਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੰਭਲ ਉਹਦੀ ਇੱਕ ਉਦਾਹਰਨ ਹੈਗੀ ਹੈ ਕਿ ਜਿਵੇਂ ਕਿਵੇਂ ਬਾਬਰੀ ਮਸਜਿਦ ਤੋਂ ਬਾਅਦ ਜਿਹੜੇ ਹੌਟ ਸਪੌਟ ਜਿਹੜੇ ਬਾਕੀ ਦੇ ਕੁਛ ਏਰੀਆਜ਼ ਹੈਗੇ ਉਹ ਬਣਦੇ ਜਾ ਰਹੇ ਹੈ ਜਿੱਥੇ ਭਾਜਪਾ ਜਿਹੜਾ ਫਿਰਕੂ ਤਣਾਅ ਪੈਦਾ ਕਰਕੇ ਆਪਣੇ ਸਿਆਸੀ ਮਕਸਦ ਪੂਰੇ ਕਰਨਾ ਚਾਹੁੰਦੀ ਹੈਗੀ ਹੈ। ਜਿਹੜਾ ਤੀਜਾ ਮੁੱਦਾ ਸੀ ਉਸ ਕਿਸਾਨੀ ਦਾ ਮੁੱਦਾ ਜਿਹੜਾ ਅਸੀਂ ਉਭਾਰਨਾ ਚਾਹੁੰਦੇ ਸੀਗੇ ਕਿ ਪੰਜਾਬ 'ਚ ਡੱਲੇਵਾਲ ਸਾਹਿਬ ਜਿਸ ਤਰ੍ਹਾਂ ਮਰਨ ਵਰਤੇ ਬੈਠੇ ਹੈ, ਦਿਨ ਪਰ ਦਿਨ ਉਹਨਾਂ ਦੀ ਹਾਲਤ ਖਰਾਬ ਹੋਈ ਜਾ ਰਹੀ ਹੈ। ਉਹ ਬਜ਼ੁਰਗ ਇਨਸਾਨ ਨੇ, ਉਹ ਜਿਹੜੀ ਸਰਕਾਰ ਪਹਿਲਾਂ ਹੀ ਜਦੋਂ ਕਿਸਾਨ ਅੰਦੋਲਨ ਖਤਮ ਕੀਤਾ, ਜਦੋਂ ਮੋਦੀ ਸਾਹਿਬ ਨੇ ਕਿਹਾ ਕਿ ਸ਼ਾਇਦ ਮੇਰੀ ਕੁਛ ਭਗਤੀ 'ਚ ਕਸਰ ਰਹਿ ਗਈ ਹੈਗੀ ਹੈ, ਮੇਰੀ ਤਪੱਸਿਆ ਕਸਰ ਰਹਿ ਗਈ ਹੈ, ਇਹਨਾਂ ਸ਼ਬਦਾਂ ਨਾਲ ਉਹਨਾਂ ਨੇ ਇਹ ਅੰਦੋਲਨ ਖਤਮ ਕਰਨ ਦੀ ਬੇਨਤੀ ਕੀਤੀ ਸੀਗੀ ਅਤੇ ਕਿਸਾਨਾਂ ਨੇ ਉਹ ਬੇਨਤੀ ਮੰਨੀ ਸੀਗੀ। ਅਤੇ ਉਦੋਂ ਇਹ ਫੈਸਲਾ ਹੋਇਆ ਸੀ ਕਿ ਇੱਕ ਹਾਈ ਪਾਵਰਡ ਕਮੇਟੀ ਬਣਾ ਕੇ ਜਿਹੜਾ MSP ਤੇ ਕਾਨੂੰਨੀ ਗਰੰਟੀ ਦਾ ਮਾਮਲਾ ਹੈਗਾ, ਲਖੀਮਪੁਰ ਖੇੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਮਾਮਲਾ ਹੈਗਾ, ਕਿਸਾਨ ਅੰਦੋਲਨ ਦੌਰਾਨ ਜਿੰਨੇ ਥਾਵਾਂ 'ਤੇ ਹਰਿਆਣਾ, ਪੰਜਾਬ, ਪੱਛਮੀ ਯੂਪੀ ਅਤੇ ਉੱਤਰਾਖੰਡ, ਰਾਜਸਥਾਨ ਜੋ ਮੁਕੱਦਮੇ ਦਰਜ ਹੈਗੇ ਉਹ ਖਤਮ ਕਰਨ ਦਾ ਮਾਮਲਾ ਸੀਗਾ। ਅਤੇ ਇਸੇ ਤਰ੍ਹਾਂ ਜਿਹੜੇ ਹੋਰ ਕਿਸਾਨੀ ਦੇ ਮੁੱਦੇ ਸੀ, ਬਿਜਲੀ ਬਿੱਲ ਜਿਹੜਾ ਨਵਾਂ ਪ੍ਰਾਈਵੇਟਾਈਜੇਸ਼ਨ ਬਿਜਲੀ ਦਾ ਬਿੱਲ ਸੀਗਾ ਉਹ ਵਾਪਸ ਲੈਣ ਦਾ ਮਾਮਲਾ ਸੀਗਾ, ਉਹਨਾਂ 'ਤੇ ਕਮੇਟੀ ਬਣਾਉਣ ਦੀ ਗੱਲ ਹੋਈ ਸੀ, ਨਾ ਉਹ 2 ਸਾਲ 'ਚ ਕਮੇਟੀ ਬਣੀ। ਸਗੋਂ ਹੁਣ ਤਾਂ ਮਤਲਬ ਇੱਕ ਮੰਡੀਕਰਨ ਬਾਰੇ ਇੱਕ ਨਵਾਂ ਕਾਨੂੰਨ ਲਿਆ ਕੇ ਖਰੜਾ ਲਿਆ ਕੇ ਰਾਜਾਂ ਨੂੰ ਸਰਕੂਲੇਟ ਕੀਤਾ ਹੈਗਾ, ਜਿਹਦੇ 1 ਮਹੀਨੇ 'ਚ ਕਮੈਂਟ ਮੰਗੇ ਹੈਗੇ। ਟੇਢੇ ਢੰਗ ਨਾਲ ਮਤਲਬ ਇੱਕ ਜਿਹੜੀ ਹੈ ਉਹਨੂੰ ਦੁਬਾਰਾ ਕਿਸਾਨ ਬਿੱਲਾਂ ਨੂੰ, ਬਦਨਾਮ ਕਿਸਾਨ ਬਿੱਲਾਂ ਨੂੰ ਮੁੜ ਕੇ ਕਿਸਾਨੀ ਦੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਖੇਤੀ ਉਤਪਾਦਨ, ਖੇਤੀ ਭੰਡਾਰਨ ਅਤੇ ਖੇਤੀ ਵਪਾਰ ਦੇ ਉੱਤੇ ਇੱਕ ਕਾਰਪੋਰੇਟ ਜਿਹੜੀ ਜਗਤ ਦੀ ਨਿਗਾਹ ਪੈ ਚੁੱਕੀ ਹੈ, ਖਾਸ ਤੌਰ 'ਤੇ ਜੋ ਅਡਾਨੀਆਂ ਅੰਬਾਨੀਆਂ ਦੀ ਨਿਗਾਹ ਪੈ ਚੁੱਕੀ ਹੈ, ਉਸ ਨੂੰ ਬੜਾਵਾ ਦੇਣ ਵਾਸਤੇ ਇਹ ਜਿਹੜਾ ਖਰੜਾ ਹੈਗਾ ਉਹ ਸਰਕੂਲੇਟ ਕੀਤਾ ਗਿਆ ਹੈਗਾ ਔਰ ਅਸੀਂ ਇਹਦਾ ਵਿਰੋਧ ਕਰਦੇ ਹੈਗੇ। ਪੰਜਾਬ ਸਰਕਾਰ ਨੂੰ ਵੀ ਅਸੀਂ ਕਿਹਾ ਕਿ ਇਹਨੂੰ ਰਿਜੈਕਟ ਕੀਤਾ ਜਾਵੇ, ਬਾਕੀ ਸੂਬਾ ਸਰਕਾਰ ਨੂੰ ਰਿਜੈਕਟ ਕਰਨ ਤਾਂ ਕੇਂਦਰ ਆਪਣੀਆਂ ਸਾਜ਼ਿਸ਼ਾਂ ਵਿੱਚ ਕਾਮਯਾਬ ਨਾ ਹੋ ਸਕੇ। ਸਗੋਂ ਸਾਰਾ ਕੁਛ ਤਾਣਾ ਬਾਣਾ ਇਸ ਤਰ੍ਹਾਂ ਬੁਣਿਆ ਜਾ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਪੂੰਜੀ ਸਿਰਜਣ ਦਾ ਜਿਹਨੂੰ ਕਹਿੰਦੇ ਕਿ ਵੈਲਥ ਜਨਰੇਸ਼ਨ ਦਾ ਬਹੁਤ ਵੱਡਾ ਖੇਤਰ ਹੈ ਖੇਤੀਬਾੜੀ ਦਾ, ਉਸ ਦੇ ਉੱਤੇ ਜਿਹੜੀ ਕਾਰਪੋਰੇਟ ਜਗਤ ਦੀ ਅੱਖ ਹੈਗੀ ਹੈ ਉਸ ਨੂੰ ਪੂਰਾ ਕਰਨ ਵਾਸਤੇ ਜਿਹੜਾ ਜੰਮੂ ਕਟੜਾ ਹਾਈਵੇ ਵਰਗੇ ਜਿਹਨੂੰ ਪ੍ਰੋਜੈਕਟ ਇਸ ਤਰ੍ਹਾਂ ਕਰ ਰਹੇ ਕਿ ਲੋਕਾਂ ਦੀ ਆਵਾਜਾਈ ਵਾਸਤੇ ਜਾਂ ਧਾਰਮਿਕ ਸਥਲਾਂ ਦੀ ਆਵਾਜਾਈ ਵਾਸਤੇ ਇਹ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ, ਜਦ ਕਿ ਫੈਕਟ ਇਹ ਹੈਗਾ ਕਿ ਜੰਮੂ ਕਟੜਾ ਹਾਈਵੇ ਰਾਹੀਂ ਸਾਰੇ ਨਾਰਥ ਇੰਡੀਆ ਦਾ ਜੋ ਖੇਤੀ ਵਪਾਰ ਹੈਗਾ ਅਤੇ ਭੰਡਾਰਨ ਪਹਿਲਾਂ ਹੀ ਚਾਹੇ ਰਈਆ ਹੋਵੇ, ਚਾਹੇ ਉਹ ਸੋਨੀਪਤ ਹੋਵੇ, ਚਾਹੇ ਉਹ ਮੋਗੇ ਲਾਗੇ ਜਿਹੜੇ ਸਾਈਲੋਜ਼ ਅਡਾਨੀ ਦੇ ਬਣ ਚੁੱਕੇ ਹੈਗੇ ਹੈ,
ਕੋਲਡ ਸਟੋਰੇਜ ਚੇਨਾਂ ਬਣਨੀਆਂ ਹੈਗੀਆਂ, ਹਾਈਵੇਜ਼ ਬਣ ਰਹੇ ਹੈਗੇ ਹੈ ਤਾਂ ਕਿ ਅਡਾਨੀ ਨੂੰ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਸੀ ਪੈਕ ਨਾਲ ਜੋੜ ਕੇ ਗਵਾਦਰ ਸੀਪੋਰਟ ਤੱਕ ਉਹਦਾ ਰਸਤਾ ਆਸਾਨ ਬਣਾਇਆ ਜਾ ਸਕੇ। ਪਹਿਲਾਂ ਵਪਾਰ, ਖੇਤੀ ਉਤਪਾਦਨ, ਖੇਤੀ ਭੰਡਾਰਨ, ਖੇਤੀ ਵਪਾਰ ਦੇ ਉੱਤੇ ਅਡਾਨੀ ਦਾ ਕਬਜ਼ਾ ਕਰਾ ਕੇ ਉਹਨਾਂ ਨੂੰ ਗਵਾਦਰ ਸੀਪੋਰਟ ਤੇ ਲਿਜਾਣ ਦੀ ਸਕੀਮ ਹੈਗੀ, ਜਿੱਥੋਂ ਦੋ ਰੂਟ ਖੁੱਲ੍ਹਦੇ ਹੈਗੇ ਹੈ, ਇੱਕ ਸੈਂਟਰਲ ਏਸ਼ੀਆ ਨੂੰ ਔਰ ਦੂਜਾ ਮਿਡਲ ਈਸਟ ਨੂੰ, ਮੱਧ ਪੂਰਬ ਨੂੰ, ਤਾਂ ਕਿ ਇਹਨਾਂ 20-25 ਮੁਲਕਾਂ ਨਾਲ ਜਿਹੜਾ ਅਡਾਨੀ ਦਾ ਖੇਤੀ ਵਪਾਰ हैगा वो ते कब्जा कराया जा सके। लेकिन सर पंजाब की लोकसभा के आपके मुद्दे थे जो आप संसद में उठाना चाहते थे लेकिन नहीं उठा पाए। देखो, एक तो रेलवे का बहुत बड़ा मुद्दा है कि जो रेलवे का पंजाब का जो वितरण है गाड़ियों का, वो उसमें अनुपात बहुत गलत है। मालवा दो तिहाई पंजाब मालवा है और 1/3 माझा और दोआबा दोनों हैं। तो अगर आप रेलगाड़ियों को वितरण देखें, इनकी जो जिस तरह से चलाई जाती हैं, 90% रेल्स वो सीधा सरहद से लुधियाना, जलंधर, अमृतसर के लिए निकल जाती हैं, जबकि सिर्फ 10% जो रेल है वो पटियाला, नाभा, धूरी, रामपुरा फूल, बरनाला, तपा मंडी, बठिंडा तक जाती हैं। तो हमारी ये हमारी मुख्य मांग थी हमारे क्षेत्र की, इसकी जो रेल की जो उपलब्धता है, जो इसकी अवेलेबिलिटी है रेल सर्विस की, जो लॉन्ग डिस्टेंस ट्रेन है जिनको प्रीमियम ट्रेन बोलते हैं, उनकी संख्या बढ़ाई जाए। अभी 2750 करोड़ की लागत से राजपुरा बठिंडा रेल लाइन का दोहरीकरण हुआ है, बिजलीकरण हुआ है, तो उसको उपयोग में लाते हुए इस रूट पे गाड़ियों की संख्या बढ़ाई जाए और कुछ गाड़ियां सरहद खन्ना की बजाय पटियाला, धूरी, नाभा के रास्ते लुधियाना पहुंचे, ताकि इस क्षेत्र के लोगों को भी फायदा हो सके और रेलवे को भी अपनी आय में इजाफा करने का इसको अवसर मिले। तो ये एक हमारी ये मुख्य मांग ये थी। दूसरा, हमारे घग्गर एक दरिया है जो हर साल लाखों लोगों को विस्थापित करता है, हजारों पशुधन को जान से मारता है और सैकड़ों लोगों को घर से उनको भी उनको शारीरिक रूप से नुकसान होता है, फसलों का नुकसान होता है, आर्थिकता तबाह होती है। तो हम चाहते हैं कि घग्गर का कोई पक्का उपाय किया जाए, इसको पंचकूला से लेकर राजस्थान तक जब जो ये नदी जाती है लहरा गागा से होकर, इसको इसकी टेमिंग की जाए, इसका नियंत्रण किया जाए, ताकि लोगों को नुकसान से बचत हो और इससे सिंचाई की सुविधाएं प्राप्त हों। सर, तो पिछले दिनों जिसके अंदर हंगामा हो रहा है बाबा भीमराव अंबेडकर को लेकर, लगातार राहुल गांधी पर एफआईआर भी हुई है, आज आप लोगों ने मार्च भी किया है, किस तरीके से देखते हैं? देखो, ये बीजेपी है, ये बीजेपी, राहुल गांधी जी ने बीजेपी के जो लास्ट जो सेशन था 2 दिन पहले खूब जो संविधान पे चर्चा हुई, तो उन्होंने चर्चा के दूसरे दिन ये स्पष्ट किया कि बीजेपी अप्रत्यक्ष रूप से यह भारत के संविधान को मनसूख करके इसको अवहेलना करके वो मनुस्मृति लागू करना चाहती है। और बीजेपी की बहुत से सांसद, बहुत से नेता अलग अलग समय पे इस बात की वो अपनी जो उनकी मनोस्थिति है उसको व्यक्त भी कर चुके हैं। तो इसलिए हम लोग चाहते हैं कि संविधान जो हमारे लिए पवित्रतम एक हमारे गाइडलाइंस है उसकी रक्षा की जाए। और बाबा भीमराव अम्बेडकर ने जो हमारे लिए संविधान तैयार किया है और जो संविधान जो सभा थी, जो उसने जितनी मेहनत किया 3 साल के लिए, हजारों मीटिंगें हुई, हजारों दर्जनों सब कमेटियाँ बनी, सब ने बड़ी दुनिया भर के संविधान पढ़ के जो सबसे अच्छी बातें थी इन संविधान में वो सम्मिलित करके एक आदर्श संविधान जो नागरिक, हर एक नागरिक को बराबर के अधिकार देता है, बराबर के मौके प्रदान करता है, जो हर तरह की धार्मिक स्वतंत्रता, निजी स्वतंत्रता की रक्षा करता है, जो देश में एक धर्मनिरपेक्ष राज्य की कल्पना करता है, ऐसे संविधान को ये बीजेपी अपने जो मनुवादी वृत्ति है, मनुवादी इसकी मानसिकता है, उसके चलते ये उस पर अटैक करती है। कभी अल्पसंख्यकों पर अटैक करती है, कभी जो संस्थाएं हैं जो जमहूरियत की रक्षा के लिए, जो लोकतंत्र की रक्षा के लिए बनी है, चाहे वो ईडी है, चाहे वो सीबीआई है, चाहे वो इलेक्शन कमीशन है, चाहे वो कैग है, और चाहे वो जुडिशरी है, चाहे वो मीडिया है, जो सभी स्तंभ हैं जमहूरियत के, लोकतंत्र के, उनको धीरे धीरे करके अपने पक्ष में करती जा रही है, अपने बंदे भर्ती कर रही है और उनका अपहरण किया जा रहा है, जिसके खिलाफ हमारे नेता ने भी और हमने भी लगातार पिछली संसद में भी और इस संसद में भी हम लोग आवाज उठा रहे हैं। सर, अभी आज आखिरी दिन था, 1984 के बैग जो है बीजेपी के सांसद की तरफ से
प्रियंका गांधी को दिए गए हैं, किस तरीके से आप देख रहे हैं? नहीं, वो देखो, कांग्रेस तो कहती है कि अगर हमारे समय में गलती हुई है तो हम फल भुगत रहे हैं। आप देश पे आग लगाने क्यों, आज 2024 में आप क्यों आग लगा रहे हैं? हम उसके लिए हमने हमारे प्रधानमंत्री मनमोहन सिंह ने सभा के सदन में इसके लिए माफी मांगी थी, इसके लिए खेद प्रकट किया था। और ये भी कांग्रेस वालों काम नहीं था, इसमें भी आरएसएस संलिप्त था। ये सभी रिपोर्टें बताती हैं कि आरएसएस ने ही दिल्ली दंगों का जो प्रारूप है वो तैयार किया और उस पर अमल किया।